ਜਦੋਂ ਸੰਸਦ ਦੇ ਬਾਹਰ ਖੜ੍ਹੇ ਹੋ ਕੇ ਦੇਸ਼ ਦੇ ਖੇਤੀਬਾੜੀ ਮੰਤਰੀ ਸਾਹਮਣੇ ਸੜਕ 'ਤੇ ਚੱਲ ਰਹੀ ਕਿਸਾਨ ਸੰਸਦ ਬਾਰੇ ਟਿੱਪਣੀ ਕਰਨ ਲਈ ਮਜਬੂਰ ਹੋਵੇ, ਉਸ ਨੂੰ ਨਿਰਰਥਕ ਦੱਸੇ ਤਾਂ ਇਸ ਨੂੰ ਕਿਸਾਨ ਸੰਸਦ ਦੀ ਸਾਰਥਿਕਤਾ ਦਾ ਸਰਟੀਫਿਕੇਟ ਮੰਨਣਾ ਚਾਹੀਦਾ ਹੈ। ਜਦੋਂ ਸੱਤਾ ਦਾ ਹੰਕਾਰ ਅਤੇ ਕੁਰਸੀ ਹਿੱਲਣ ਦਾ ਡਰ ਮਿਲ ਜਾਂਦਾ ਹੈ ਤਾਂ ਇਸੇ ਤਰ੍ਹਾਂ ਦੀ ਬੌਖਲਾਹਟ ਸਾਹਮਣੇ ਆਉਂਦੀ ਹੈ। ਡੈਂਡੀ ਜਿਹੜੇ ਵਿਅਕਤੀ ਇਹ ਕਹਿੰਦੇ ਹਨ ਕਿ ਇੱਕ ਮਤਵਾਜੀ ਸੰਸਦ ਚਲਾਉਣੀ ਸੰਵਿਧਾਨ 'ਚ ਦਰਜ ਸੰਸਥਾ ਦਾ ਅਪਮਾਨ ਹੈ, ਉਹ ਪਿਛਲੇ ਕਈ ਦਹਾਕਿਆਂ ਤੋਂ ਦੇਸ਼ 'ਚ ਚੱਲ ਰਹੀ ਜਨ ਸੰਸਦ ਦੀ ਰਵਾਇਤ ਤੋਂ ਜਾਣੂ ਨਹੀਂ ਹਨ। ਡੈਂਡੀ ਜਿਹੜੇ ਵਿਅਕਤੀ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਤੋਂ ਅਛੂਤੇ ਰਹੇ ਹਨ, ਉਹਨਾਂ ਕੋਲੋਂ ਆਜ਼ਾਦੀ ਤੋਂ ਬਾਅਦ ਦੇ ਅੰਦੋਲਨਾਂ ਦੀ ਕੀ ਉਮੀਦ ਕੀਤੀ ਜਾਵੇ। ਪ੍ਰਸ਼ਨ ਚਿੰਨ੍ਹ 22 ਜੁਲਾਈ ਤੋਂ ਰੋਜ਼ਾਨਾ ਜਦੋਂ ਸੰਸਦ ਦਾ ਸਮਾਗਮ ਹੁੰਦਾ ਹੈ ਤਾਂ ਸੰਸਦ ਦੇ ਬਾਹਰ ਦੇਸ਼ ਦੇ ਕੋਨੇ-ਕੋਨੇ ਤੋਂ ਆਏ 200 ਕਿਸਾਨ ਆਪਣੀ ਕਿਸਾਨ ਸੰਸਦ 'ਚ ਹਿੱਸਾ ਲੈਂਦੇ ਹਨ। ਡੈਂਡੀ ਸੰਸਦ 'ਚ ਹਰ ਰੋਜ਼ ਰੌਲਾ ਰੱਪਾ ਪੈਂਦਾ ਹੈ। ਡੈਂਡੀ ਕਿਸਾਨ ਸੰਸਦ 'ਚ ਸ਼ਾਂਤਮਈ ਕਾਰਵਾਈ ਹੁੰਦੀ ਹੈ। ਡੈਂਡੀ ਸੰਸਦ 'ਚ ਕਿਸਾਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ, ਪਰ ਕਿਸਾਨ ਸੰਸਦ ਵੱਲੋਂ ਗਾਲਾਂ ਦਾ ਜਵਾਬ ਗਾਲ 'ਚ ਨਹੀਂ ਦਿੱਤਾ ਜਾਂਦਾ। ਡੈਂਡੀ ਸੰਸਦ 'ਚ ਕਾਗਜ਼ ਪਾੜੇ ਜਾਂਦੇ ਹਨ। ਕਿਸਾਨ ਸੰਸਦ 'ਚ ਸਿਰਫ ਦਲੀਲਾਂ ਦੀ ਚੀੜ ਫਾੜ ਹੁੰਦੀ ਹੈ। ਡੈਂਡੀ ਸੰਸਦ ਦੀ ਸ਼ਾਨ ਅਤੇ ਸੁਰੱਖਿਆ 'ਤੇ ਕਰੋੜਾਂ ਰੁਪਏ ਖਰਚ ਕਰਕੇ ਹੁਣ ਤੱਕ ਇਸ ਫੈਸਲੇ 'ਚ ਲੋਕ ਸਭਾ 'ਚ ਸਿਰਫ 8 ਘੰਟੇ ਕੰਮ ਹੋਇਆ। ਡੈਂਡੀ ਉੱਧਰ ਸੜਕ 'ਤੇ ਚੱਲ ਰਹੀ ਕਿਸਾਨ ਸੰਸਦ ਨੇ ਬਿਨਾਂ ਲਾਸ਼ ਲਸ਼ਕਰ ਤੋਂ ਉਕਤ ਦਿਨਾਂ 'ਚ ਹੀ 37 ਘੰਟੇ ਕਾਰਵਾਈ ਪੂਰੀ ਕਰ ਲਈ ਹੈ। ਡੈਂਡੀ ਪੁਲਿਸ ਅਤੇ ਮੀਡੀਆ ਨੇ ਕਿਸਾਨਾਂ ਦੀ ਮੌਜੂਦਗੀ ਕਾਰਨ ਹਿੰਸਾ ਦਾ ਜੋ ਖਦਸ਼ਾ ਪ੍ਰਗਟਾਇਆ ਸੀ, ਉਸ ਦਾ ਜਵਾਬ ਕਿਸਾਨਾਂ ਨੇ ਆਪਣੇ ਅਨੁਸ਼ਾਸਨ ਅਤੇ ਸ਼ਾਂਤੀ ਨਾਲ ਦਿੱਤਾ ਹੈ। ਡੈਂਡੀ ਇਸ ਅੰਦੋਲਨ ਨੂੰ ਸਿਰਫ ਪੰਜਾਬ ਅਤੇ ਹਰਿਆਣਾ ਤੱਕ ਸੀਮਤ ਰੱਖਣ ਵਾਲੇ ਲੋਕਾਂ ਨੂੰ ਦੇਸ਼ ਦੇ ਕੋਨੇ-ਕੋਨੇ ਤੋਂ ਹਿੱਸਾ ਲੈ ਰਹੇ ਕਿਸਾਨ ਪ੍ਰਤੀਨਿਧੀਆਂ ਨੇ ਜਵਾਬ ਦੇ ਦਿੱਤਾ ਹੈ। ਡੈਂਡੀ ਉੱਤਰ ਪੂਰਬ ਸਮੇਤ ਦੇਸ਼ ਦੇ ਅਕਸਰ ਸਭ ਸੂਬਿਆਂ 'ਚ ਕਿਸਾਨ ਨੇਤਾ ਇਸ ਇਤਿਹਾਸਕ ਸੰਸਦ 'ਚ ਸ਼ਾਮਲ ਹੋ ਚੁੱਕੇ ਹਨ ਜਾਂ ਹੋ ਰਹੇ ਹਨ। ਡੈਂਡੀ ਆਪਣੀ ਮੌਜੂਦਗੀ ਨਾਲ ਕਿਸਾਨਾਂ ਨੇ ਸੜਕ ਤੋਂ ਦੂਰ ਚੱਲ ਰਹੀ ਸੰਸਦ 'ਤੇ ਵੀ ਅਸਰ ਪਾਇਆ ਹੈ। ਡੈਂਡੀ ਕਿਸਾਨ ਸੰਸਦ ਦੇ ਆਯੋਜਨ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਸਭ ਸੰਸਦ ਮੈਂਬਰਾਂ ਦੇ ਨਾਂ ਇੱਕ whip ਜਾਰੀ ਕੀਤਾ ਸੀ। ਡੈਂਡੀ ਹੁਣ ਤੱਕ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ whip ਰੂਪੀ ਹੁਕਮ ਦੇਣ ਦਾ ਕੰਮ ਪਾਰਟੀਆਂ ਅਤੇ ਉਸ ਦੇ ਨੇਤਾ ਹੀ ਕਰਦੇ ਸਨ, ਪਰ ਲੋਕ ਰਾਜ ਦੇ ਇਤਿਹਾਸ 'ਚ ਪਹਿਲੀ ਵਾਰ ਆਪਣੇ ਪ੍ਰਤੀਨਿਧੀਆਂ ਨੂੰ ਚੁਣਨ ਵਾਲੀ ਜਨਤਾ ਨੇ ਸਿੱਧਾ ਉਹਨਾਂ ਨੂੰ ਹੁਕਮ ਦਿੱਤਾ ਕਿ ਸੰਸਦ ਦੇ ਇਸ ਸੈਸ਼ਨ 'ਚ ਸਿਰਫ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਹੋਵੇ, ਕਿਸਾਨ ਅੰਦੋਲਨ ਦੀਆਂ ਮੰਗਾਂ ਦੀ ਹਮਾਇਤ ਹੋਵੇ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਡੈਂਡੀ ਕਿਸਾਨ ਸੰਸਦ ਦੇ ਰਾਹੀਂ ਕਿਸਾਨ ਇਹ
ਨਿਗਰਾਨੀ ਕਰਨ ਲਈ ਆਏ ਸਨ ਕਿ ਸੰਸਦ ਮੈਂਬਰ ਉਹਨਾਂ ਦੇ ਵਿਪ ਦਾ ਪਾਲਣ ਕਰ ਰਹੇ ਹਨ ਜਾਂ ਨਹੀਂ। ਡੰਡੀ ਕਿਸਾਨ ਸੰਸਦ ਮੈਂਬਰ ਨੇ ਘੱਟੋ ਘੱਟ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਕਿਸਾਨਾਂ ਨੇ ਮੁੱਦੇ ਉਠਾਉਣ ਲਈ ਮਜਬੂਰ ਕੀਤਾ। ਡੰਡੀ ਕਿਸਾਨ ਸੰਸਦ ਨੇ ਰਾਹੁਲ ਗਾਂਧੀ ਨੂੰ ਟਰੈਕਟਰ ਚਲਾਉਣਾ ਸਿਖਾ ਦਿੱਤਾ। ਡੰਡੀ ਕਾਂਗਰਸੀ ਸੰਸਦ ਮੈਂਬਰਾਂ ਨੂੰ ਹਵਾਲਾਤ ਦਾ ਚੱਕਰ ਲਵਾ ਦਿੱਤਾ ਅਤੇ ਬਾਕੀ ਸਭ ਵਿਰੋਧੀ ਸੰਸਦ ਮੈਂਬਰਾਂ ਨੂੰ ਲਗਾਤਾਰ ਕਿਸਾਨਾਂ ਦੇ ਮੁੱਦੇ ਉਠਾਉਂਦੇ ਰਹਿਣ ਦਾ ਤਰੀਕਾ ਸਿਖਾ ਦਿੱਤਾ। ਡੰਡੀ ਰਾਮ ਮਨੋਹਰ ਲੋਹੀਆ ਕਹਿੰਦੇ ਸਨ ਕਿ ਜਦੋਂ ਸੜਕਾਂ ਸੁੰਨ ਹੋ ਜਾਂਦੀਆਂ ਹਨ ਤਾਂ ਸੰਸਦ ਅਵਾਰਾ ਹੋ ਜਾਂਦੀ ਹੈ। ਡੰਡੀ ਸੜਕ ਨੇ ਸੁੰਨੇਪਨ ਨੂੰ ਭਰ ਕੇ ਕਿਸਾਨਾਂ ਨੇ ਸੰਸਦ ਨੂੰ ਜ਼ੁਬਾਨ ਦੇ ਦਿੱਤੀ ਹੈ। ਡੰਡੀ ਕਿਸਾਨ ਸੰਸਦ ਦੀ ਸਾਰਥਕਤਾ ਦਾ ਸਭ ਤੋਂ ਵੱਡਾ ਸਬੂਤ ਇਸ ਸੰਸਦ ਦੀ ਕਾਰਵਾਈ ਅਤੇ ਇਸ ਦੇ ਪ੍ਰਸਤਾਵ ਹਨ। ਡੰਡੀ ਪਿਛਲੇ 8 ਮਹੀਨਿਆਂ ਤੋਂ ਸਰਕਾਰ ਬੇਹੱਦ ਮਾਸੂਮੀਅਤ ਨਾਲ ਪੁੱਛ ਰਹੀ ਹੈ ਕਿ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ 'ਚ ਕੀ ਕਾਲਾ ਨਜ਼ਰ ਆਉਂਦਾ ਹੈ। ਡੰਡੀ ਵਿਗਿਆਨ ਭਵਨ 'ਚ ਗੱਲਬਾਤ ਦੇ 11 ਦੌਰ 'ਚ ਕਿਸਾਨ ਵਫਦ ਨੇ ਵਾਰ-ਵਾਰ ਆਪਣੇ ਇਤਰਾਜ਼ ਵਿਸਥਾਰ ਨਾਲ ਦਰਜ ਕਰਵਾਏ ਸਨ। ਡੰਡੀ ਫਿਰ ਵੀ ਸਰਕਾਰੀ ਅਤੇ ਦਰਬਾਰੀ ਪੱਖ ਕਿਸਾਨਾਂ ਕੋਲੋਂ ਇਹ ਸਵਾਲ ਵਾਰ-ਵਾਰ ਪੁੱਛਦਾ ਸੀ। ਡੰਡੀ ਕਿਸਾਨ ਸੰਸਦ ਨੇ ਇਸ ਸਵਾਲ 'ਤੇ ਰਹੀ ਸਹੀ ਕਸਰ ਵੀ ਪੂਰੀ ਕਰ ਦਿੱਤੀ। ਡੰਡੀ ਹਰ ਰੋਜ਼ ਕਿਸਾਨਾਂ ਨੇ ਕੌਮੀ ਮੀਡੀਆ ਦੇ ਸਾਹਮਣੇ ਆਪਣੇ ਜ਼ਮੀਨੀ ਤਜਰਬੇ ਸੁਣਾਏ ਅਤੇ ਆਪਣੇ ਖਦਸ਼ੇ ਅਤੇ ਉਮੀਦਾਂ ਨੂੰ ਪ੍ਰਗਟ ਕੀਤਾ। ਡੰਡੀ ਇਹੀ ਨਹੀਂ, ਤਿੰਨਾਂ ਖੇਤੀਬਾੜੀ ਕਾਨੂੰਨਾਂ 'ਤੇ 2-2 ਦਿਨ ਲੰਬੀ ਬਹਿਸ ਪਿੱਛੋਂ ਕਿਸਾਨ ਸੰਸਦ ਨੇ ਵਿਸਥਾਰ ਨਾਲ ਅਤੇ ਦਲੀਲ ਭਰਪੂਰ ਮਤੇ ਰਾਹੀਂ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕੀਤਾ। ਡੰਡੀ ਕਿਸਾਨ ਸੰਸਦ ਨੇ APMC ਮੰਡੀ ਵਾਲੇ ਕਾਨੂੰਨ ਤੇ 10 ਜ਼ਰੂਰੀ ਵਸਤਾਂ ਸੋਧ ਕਾਨੂੰਨ ਤੇ 11 ਅਤੇ ਠੇਕੇ ਦੀ ਖੇਤੀ ਵਾਲੇ ਕਾਨੂੰਨ 'ਤੇ ਵੀ ਇਤਰਾਜ਼ ਦਰਜ ਕੀਤੇ। ਡੰਡੀ ਜਿਸ ਸਰਕਾਰ ਨੂੰ ਪਿਛਲੇ 8 ਮਹੀਨਿਆਂ 'ਚ ਕਿਸਾਨਾਂ ਦਾ ਇੱਕ ਵੀ ਇਤਰਾਜ਼ ਸੁਣਾਈ ਨਹੀਂ ਦਿੰਦਾ ਸੀ, ਉਸ ਕੋਲ ਹੁਣ 41 ਇਤਰਾਜ਼ ਦਰਜ ਹੋ ਚੁੱਕੇ ਹਨ। ਡੰਡੀ ਪੈਰਾ 3 ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਲ ਕਿਸਾਨ ਇਹ ਮੰਗ ਵੀ ਕਰ ਰਹੇ ਹਨ ਕਿ ਸਵਾਮੀਨਾਥਨ ਕਮਿਸ਼ਨ ਵੱਲੋਂ ਸੰਪੂਰਨ ਲਾਗਤ ਦਾ 1.5 ਗੁਣਾ ਮੁੱਲ ਯਕੀਨੀ ਕਰਨ ਦੀ ਸਿਫਾਰਸ਼ ਨੂੰ ਹੁਣ ਲਾਗੂ ਕੀਤਾ ਜਾਵੇ। ਡੰਡੀ ਕਿਸਾਨ ਸਭ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਰੰਟੀ ਦੇਣ ਵਾਲੇ ਕਾਨੂੰਨ ਦੀ ਮੰਗ ਕਰਦੇ ਹੋਏ ਉਸ ਦੇ ਮਤੇ 'ਤੇ ਚਰਚਾ ਕਰ ਰਹੇ ਹਨ। ਡੰਡੀ ਇਸ ਸੰਸਦ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ। ਡੰਡੀ ਹੁਣ ਕਿਸਾਨ ਸੰਸਦੀ ਕਾਰਵਾਈ ਅਤੇ ਕਾਨੂੰਨੀ ਦਾਅ ਪੇਚ ਦੀ ਭਾਸ਼ਾ ਵੀ ਸਮਝਣ ਲੱਗੇ ਹਨ। ਡੰਡੀ ਇਸ ਇਤਿਹਾਸਕ ਕਿਸਾਨ ਸੰਸਦ ਨੇ ਤਾਂ ਆਪਣੀ ਸਾਰਥਕਤਾ ਸਾਬਤ ਕਰ ਦਿੱਤੀ ਹੈ। ਡੰਡੀ ਹੁਣ ਕਿਸਾਨ ਸੜਕ ਦੇ ਦੂਸਰੇ ਸਿਰੇ 'ਤੇ ਸਥਿਤ ਲੋਕ ਸਭਾ ਅਤੇ ਰਾਜ ਸਭਾ ਕੋਲੋਂ ਪੁੱਛ ਰਹੇ ਹਨ ਕਿ ਇਹ ਕਿਹੋ ਜਿਹੀ ਸੰਸਦ ਹੈ ਜਿਸ 'ਚ ਕਰੋੜਾਂ ਅੰਨਦਾਤਿਆਂ ਦੀਆਂ ਫਸਲਾਂ ਅਤੇ ਨਸਲਾਂ 'ਤੇ ਚਰਚਾ ਲਈ ਥਾਂ ਨਹੀਂ ਹੈ। ਡੰਡੀ ਅਜਿਹੀ ਸੰਸਦ ਦੇ ਇਸ ਮਾਨਸੂਨ ਸੈਸ਼ਨ ਨੂੰ ਨਿਰਾਰਥਕ ਕਿਉਂ ਨਾ ਮੰਨਿਆ ਜਾਵੇ। ਪ੍ਰਸ਼ਨ ਚਿੰਨ੍ਹ
ਹੁਣੇ ਜਿਹੇ ਹੀ ਰਾਜ ਸਭਾ 'ਚ MSME ਮੰਤਰੀ ਨਾਰਾਇਣ ਰਾਣੇ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਮੈਂ MSME ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਜ਼ ਖੇਤਰ ਲਈ ਸਮਰਪਿਤ PLI ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਭਾਵ ਉਤਪਾਦਨ ਆਧਾਰਿਤ ਵੱਖਰੀ ਉਤਸ਼ਾਹ ਸਕੀਮ ਲਈ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ। ਡੈਂਡੀ ਰਾਣੇ ਕੋਲੋਂ ਇਹ ਵੀ ਪੁੱਛਿਆ ਗਿਆ ਕਿ ਕੀ ਨੀਤੀ ਆਯੋਗ PLI ਸਕੀਮ ਨੂੰ 2 ਹਿੱਸਿਆਂ 'ਚ ਵੰਡਣ 'ਤੇ ਵਿਚਾਰ ਕਰ ਰਿਹਾ ਹੈ। ਪਹਿਲਾ ਉੱਚ ਉਤਪਾਦਨ ਨਿਸ਼ਾਨੇ ਵਾਲੀਆਂ ਵੱਡੀਆਂ ਕੰਪਨੀਆਂ ਲਈ ਇੱਕ ਵੱਡੀ ਯੋਜਨਾ ਅਤੇ ਦੂਜਾ MSME ਲਈ ਪ੍ਰਸ਼ਨ ਚਿੰਨ੍ਹ। ਰਾਣੇ ਨੇ ਇੱਕ ਲਿਖਤੀ ਜਵਾਬ 'ਚ ਕਿਹਾ ਜਿੱਥੋਂ ਤੱਕ ਨੀਤੀ ਆਯੋਗ ਦਾ ਸਵਾਲ ਹੈ ਅਜੇ ਤੱਕ MSM ਲਈ ਖੇਤਰ ਲਈ ਸਮਰਪਿਤ PLI ਸਕੀਮ ਲਈ ਵਿਚਾਰ ਅਧੀਨ ਕੋਈ ਪ੍ਰਸਤਾਵ ਨਹੀਂ ਹੈ। ਡੈਂਡੀ ਮਹਾਮਾਰੀ ਦੇ ਕਾਰਨ ਲਾਕਡਾਊਨ ਤੋਂ ਉਭਰਨ ਲਈ PLI ਸਕੀਮ ਅਧੀਨ ਘਰੇਲੂ ਇਕਾਈਆਂ 'ਚ ਤਿਆਰ ਵਸਤਾਂ ਦੀ ਵੱਡੀ ਪੱਧਰ 'ਤੇ ਵਿਕਰੀ ਨੂੰ ਉਤਸ਼ਾਹਿਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਡੈਂਡੀ ਦੇਸ਼ 'ਚ ਮੈਨੂਫੈਕਚਰਿੰਗ ਇਕਾਈਆਂ ਸਥਾਪਿਤ ਕਰਨ ਲਈ ਵਿਦੇਸ਼ੀ ਕੰਪਨੀਆਂ ਨੂੰ ਸੱਦਣ ਤੋਂ ਇਲਾਵਾ ਇਸ ਸਕੀਮ 'ਚ ਸਥਾਨਕ ਕੰਪਨੀਆਂ ਲਈ ਭਾਰਤ 'ਚ ਉਤਪਾਦਨ ਅਤੇ ਵਿਨਿਰਮਾਣ ਦਾ ਵਾਧਾ ਕਰਨ ਲਈ ਵੀ ਉਤਸ਼ਾਹ ਵਧਾਏ ਜਾਣ ਦੀ ਵਿਵਸਥਾ ਹੈ। ਡੈਂਡੀ ਉਂਝ ਮਹਾਮਾਰੀ ਕਾਰਨ 2020-21 'ਚ ਦਰਾਮਦ 18% ਘਟ ਕੇ 388.92 ਅਰਬ ਅਮਰੀਕੀ ਡਾਲਰ ਹੋ ਗਈ ਜਦੋਂ ਕਿ 1920 ਦੌਰਾਨ ਇਹ 474.71 ਅਰਬ ਅਮਰੀਕੀ ਡਾਲਰ ਸੀ। ਡੈਂਡੀ PLI ਸਕੀਮ ਅਧੀਨ ਦਰਾਮਦ 'ਤੇ ਖਰਚ ਹੋਣ ਵਾਲੀ ਭਾਰੀ ਵਿਦੇਸ਼ੀ ਕਰੰਸੀ 'ਚ ਕਟੌਤੀ ਚੀਨ 'ਤੇ ਨਿਰਭਰਤਾ ਘੱਟ ਕਰਨ ਦੇਸ਼ 'ਚ ਕੁੱਝ ਦਰਾਮਦ ਦਾ 16% ਚੀਨ ਤੋਂ ਅਤੇ ਦੇਸ਼ 'ਚ ਵੱਧਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਉਮੀਦ MSME ਨੂੰ ਅੱਗੇ ਵਧਾਏ ਬਿਨਾਂ ਕਿਵੇਂ ਪੂਰੀ ਹੋ ਸਕਦੀ ਹੈ? ਪ੍ਰਸ਼ਨ ਚਿੰਨ੍ਹ। ਮਹਾਮਾਰੀ ਦੀ ਦੂਸਰੀ ਲਹਿਰ ਤੋਂ ਉਭਰਨ ਪਿੱਛੋਂ ਹੁਣ ਜਿੱਥੇ MSME ਲਈ ਵੀ ਆਰਥਿਕ ਸੰਕਟ 'ਚੋਂ ਉਭਰਨ ਦਾ ਸਹੀ ਸਮਾਂ ਹੈ ਅਜਿਹੀ ਹਾਲਤ 'ਚ ਉਹਨਾਂ ਨੂੰ ਵੀ ਸਰਕਾਰ ਤੋਂ ਹੱਲਾਸ਼ੇਰੀ ਦੀ ਲੋੜ ਹੈ। ਡੈਂਡੀ ਭਾਰਤ ਦੀ ਅਰਥ ਵਿਵਸਥਾ ਕਿਵੇਂ ਠੀਕ ਹੁੰਦੀ ਹੈ ਇਹ ਇਸ ਗੱਲ 'ਤੇ ਬਹੁਤ ਨਿਰਭਰ ਕਰਦਾ ਹੈ ਕਿ MSME ਸੰਕਟ 'ਚੋਂ ਕਿਵੇਂ ਉੱਭਰਦੇ ਹਨ ਕਿਉਂਕਿ ਇਹ ਖੇਤਰ ਹਮੇਸ਼ਾ ਦੇਸ਼ ਦੀ ਆਰਥਿਕ ਸਥਿਤੀ ਲਈ ਅਹਿਮ ਰਿਹਾ ਹੈ। ਡੈਂਡੀ ਖੇਤੀਬਾੜੀ ਪਿੱਛੋਂ MSME ਦੂਜਾ ਸਭ ਤੋਂ ਵੱਡਾ ਰੁਜ਼ਗਾਰਦਾਤਾ ਹੈ ਜੋ ਲਗਭਗ 11 ਕਰੋੜ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ। ਡੈਂਡੀ ਦੇਸ਼ ਦੀ GDP 'ਚ ਇਸ ਦਾ 30% ਯੋਗਦਾਨ ਹੈ। ਡੈਂਡੀ ਬਰਾਮਦ 'ਚ 48% ਦੀ ਭਾਈਵਾਲੀ ਹੈ। ਡੈਂਡੀ ਇਸ ਦੇ ਬਾਵਜੂਦ ਮੌਜੂਦਾ ਸਮੇਂ 'ਚ PLI ਸਕੀਮ ਵਧੇਰੇ ਕਰਕੇ ਵੱਡੀਆਂ ਕੰਪਨੀਆਂ ਲਈ ਬਣਾਈ ਗਈ ਹੈ। ਡੈਂਡੀ
ਜੇ ਸਰਕਾਰ ਮੈਨੂਫੈਕਚਰਿੰਗ ਸੈਕਟਰ 'ਚ ਸਵੈ ਨਿਰਭਰਤਾ ਚਾਹੁੰਦੀ ਹੈ ਤਾਂ MSME ਲਈ ਸਮਰਪਿਤ ਵੱਖ ਤੋਂ PLI ਸਕੀਮ ਬਹੁਤ ਜ਼ਰੂਰੀ ਹੈ। ਡੰਡੀ ਮੈਨੂਫੈਕਚਰਿੰਗ ਨੂੰ ਹੱਲਾਸ਼ੇਰੀ ਦੇਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ 13 ਉਦਯੋਗਿਕ ਖੇਤਰਾਂ ਲਈ 1.97 ਲੱਖ ਕਰੋੜ ਰੁਪਏ ਦੀ ਹੱਲਾਸ਼ੇਰੀ ਦੀ ਵਿਵਸਥਾ ਹੈ, ਪਰ ਵੱਡੇ ਖੇਤਰਾਂ ਦੇ ਕੁਝ ਉਦਯੋਗਾਂ ਲਈ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ 'ਚ ਮੈਡੀਕਲ ਉਪਕਰਨ, ਫਾਰਮਾਸਿਊਟੀਕਲ, ਮੋਬਾਈਲ ਅਤੇ ਉਪਕਰਨ ਨਿਰਮਾਤਾ, ਆਟੋਮੋਬਾਈਲ ਅਤੇ ਆਟੋ ਪੁਰਜੇ, ਦੂਰ ਸੰਚਾਰ ਅਤੇ ਨੈੱਟਵਰਕਿੰਗ ਵਸਤਾਂ, ਉੱਨਤ ਰਸਾਇਣ ਵਿਗਿਆਨ, ਸੈੱਲ, ਬੈਟਰੀ, ਕੱਪੜਾ, ਖਾਣ ਪੀਣ ਵਾਲੀਆਂ ਵਸਤਾਂ, ਸੂਰਜੀ ਮਾਡਿਊਲ, ਸਪੈਸ਼ਲ ਸਟੀਲ ਅਤੇ ਇਲੈਕਟ੍ਰਾਨਿਕ ਟੈਕਨੋਲੋਜੀ ਵਸਤਾਂ ਸ਼ਾਮਲ ਹਨ। ਡੰਡੀ ਮੈਨੂਫੈਕਚਰਿੰਗ ਸੈਕਟਰ ਦੇ 13 ਚੋਟੀ ਦੇ ਉਦਯੋਗਾਂ ਲਈ 1.97 ਕਰੋੜ ਰੁਪਏ ਦੀ PLI ਸਕੀਮ 'ਚ ਨੀਤੀ ਨਿਰਧਾਰਕਾਂ ਵੱਲੋਂ ਸ਼ਰਤਾਂ ਹੀ ਵਧੇਰੇ ਕਰਕੇ ਵੱਡੀਆਂ ਕੰਪਨੀਆਂ ਨੂੰ ਧਿਆਨ 'ਚ ਰੱਖਦਿਆਂ ਤੈਅ ਕੀਤੀਆਂ ਗਈਆਂ ਹਨ। ਡੰਡੀ ਆਟੋਮੋਬਾਈਲ ਅਤੇ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਨੂੰ 17,042 ਕਰੋੜ ਰੁਪਏ ਦੀ PLI ਸਕੀਮ ਦਾ ਇੱਕ ਵੱਡਾ ਹਿੱਸਾ ਸਿਰਫ 5-7 ਵੱਡੀਆਂ ਆਟੋ ਕੰਪੋਨੈਂਟ ਕੰਪਨੀਆਂ ਨੂੰ ਮਿਲਣਾ ਯਕੀਨੀ ਹੈ, ਜਦੋਂ ਕਿ ਦੇਸ਼ ਦੇ ਹਜ਼ਾਰਾਂ MSME ਸਕੀਮ ਤੋਂ ਬਾਹਰ ਹਨ। ਡੰਡੀ ਆਟੋਮੋਬਾਈਲ ਸੈਕਟਰ ਦੀ ਗਲੋਬਲ ਚੈਂਪੀਅਨ ਸਕੀਮ ਅਧੀਨ ਲਾਭ ਹਾਸਲ ਕਰਨ ਦੀ ਯੋਗਤਾ ਦਾ ਪੈਮਾਨਾ 10,000 ਕਰੋੜ ਰੁਪਏ ਸਾਲਾਨਾ ਟਰਨਓਵਰ ਦਾ ਹੈ। ਡੰਡੀ ਇਸ 'ਚ ਸਾਲਾਨਾ 2,000 ਕਰੋੜ ਰੁਪਏ ਬਰਾਮਦ ਕਾਰੋਬਾਰ ਅਤੇ 21 ਮਾਰਚ 2020 ਤੱਕ 3,500 ਕਰੋੜ ਰੁਪਏ ਦੀਆਂ ਫਿਕਸਡ ਐਸਟੇਟਸ ਸ਼ਾਮਲ ਹਨ। ਡੰਡੀ ਉੱਥੇ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਲਈ ਇਸ ਪੈਮਾਨੇ 'ਚ 1,000 ਕਰੋੜ ਰੁਪਏ ਦੀ ਟਰਨਓਵਰ, 200 ਕਰੋੜ ਰੁਪਏ ਦਾ ਬਰਾਮਦ ਕਾਰੋਬਾਰ, 350 ਕਰੋੜ ਰੁਪਏ ਦੀਆਂ ਫਿਕਸਡ ਐਸਟੇਟਸ ਸ਼ਾਮਲ ਹਨ। ਡੰਡੀ ਆਟੋਮੋਬਾਈਲ ਉਦਯੋਗ ਦੀ PLI ਸਕੀਮ ਦੀ ਕੌੜੀ ਸੱਚਾਈ ਇਹ ਹੈ ਕਿ 57,042 ਕਰੋੜ ਰੁਪਏ ਦੇ ਉਤਸ਼ਾਹ ਪੈਕੇਜ 'ਚੋਂ ਇੱਕ ਵੀ ਪੈਸਾ MSME ਦੇ ਹੱਥ ਆਉਣ ਵਾਲਾ ਨਹੀਂ ਹੈ। ਡੰਡੀ ਜੇਕਰ ਕੁਝ ਵੱਡੇ ਉਦਯੋਗਾਂ ਨੂੰ MSME ਦੇ ਹਿੱਤਾਂ ਨੂੰ ਸਿੱਕੇ 'ਤੇ ਟੰਗ ਕੇ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿਧਾਂਤ ਸਬਕਾ ਸਾਥ ਸਬਕਾ ਵਿਕਾਸ ਕਿਵੇਂ ਲਾਗੂ ਕੀਤਾ ਜਾਏਗਾ? ਚਿੰਨ੍ਹ ਇਸ ਨਾਲ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਕਿ ਜਿੱਥੇ ਵੱਡੇ ਉਦਯੋਗ ਹੋਰ ਵੱਡੇ ਹੋ ਜਾਣਗੇ ਅਤੇ ਛੋਟੇ ਉਹਨਾਂ 'ਤੇ ਵਧੇਰੇ ਨਿਰਭਰ ਹੋ ਜਾਣਗੇ। ਡੰਡੀ ਹੱਲਾਸ਼ੇਰੀ ਲਈ ਚੈਂਪੀਅਨਜ਼ ਦੇ ਨਾਂ 'ਤੇ ਕੁਝ ਵੱਡੀਆਂ ਕੰਪਨੀਆਂ ਦੀ ਚੋਣ ਨਾ ਸਿਰਫ ਇੱਕ ਵਿਤਕਰੇ ਭਰੀ ਨੀਤੀ ਹੈ, ਸਗੋਂ ਇਸ ਨਾਲ ਨਾ ਤਾਂ ਮੰਤਵ ਦੀ ਪੂਰਤੀ ਹੋ ਰਹੀ ਹੈ ਅਤੇ ਨਾ ਹੀ ਸੰਵਿਧਾਨਕ ਪੱਖੋਂ ਇਹ ਠੀਕ ਹੈ। ਡੰਡੀ ਤਜਰਬਾ ਦੱਸਦਾ ਹੈ ਕਿ ਹੱਲਾਸ਼ੇਰੀ ਵਾਲੇ ਪੈਕੇਜ ਨੂੰ ਆਰਥਿਕ ਤੌਰ 'ਤੇ ਆਕਾਰ ਦੇਣ ਲਈ ਸਮੁੱਚੇ ਵਿਕਾਸ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਡੰਡੀ ਦੇਸ਼ ਦੀ ਨੀਤੀ ਨਿਰਮਾਤਾਵਾਂ ਨੂੰ MSME ਦੀ ਉਤਪਾਦਨ ਆਧਾਰਿਤ
ਵਿੱਤੀ ਹੱਲਾਸ਼ੇਰੀ ਲਈ ਯੋਗਤਾ ਦੇ ਬੁਨਿਆਦੀ ਪੈਮਾਨਿਆਂ 'ਚ ਢਿੱਲ ਦੇਣ 'ਤੇ ਵਿਚਾਰ ਕੀਤੇ ਜਾਣ ਦੀ ਭਾਰੀ ਲੋੜ ਹੈ। ਡੰਡੀ ਅੱਗੇ ਦਾ ਰਸਤਾ ਹੁਣ ਜਿਹੇ ਹੀ ਟਰੇਡਰਸ ਨੂੰ ਵੀ MSME 'ਚ ਸ਼ਾਮਲ ਕੀਤੇ ਜਾਣ ਨਾਲ ਉਲਟਾ ਦਰਾਮਦ ਨੂੰ ਹੱਲਾਸ਼ੇਰੀ ਮਿਲੇਗੀ। ਡੰਡੀ ਇਸ ਨਾਲ ਕਈ ਮੈਨੂਫੈਕਚਰਿੰਗ ਇਕਾਈਆਂ ਉਤਪਾਦਨ ਦੀ ਬਜਾਏ ਦਰਾਮਦ ਦਾ ਕਾਰੋਬਾਰ ਪਸੰਦ ਕਰਨਗੀਆਂ। ਡੰਡੀ ਜੇ ਸਰਕਾਰ ਮੈਨੂਫੈਕਚਰਿੰਗ ਸੈਕਟਰ 'ਚ ਸਵੈ ਨਿਰਭਰਤਾ ਵਧਾਉਣਾ ਚਾਹੁੰਦੀ ਹੈ ਤਾਂ ਉਸ ਨੂੰ MSME ਲਈ ਇੱਕ ਵੱਖਰੀ ਯੋਜਨਾ 'ਤੇ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਇਸੇ ਸੈਕਟਰ 'ਚ ਮੈਨੂਫੈਕਚਰਿੰਗ ਥੋਕ 'ਚ ਹੁੰਦੀ ਹੈ। ਡੰਡੀ ਭਾਰਤ ਅਜੇ ਵੀ ਵੱਡੇ ਪੱਧਰ 'ਤੇ ਦਰਾਮਦ 'ਤੇ ਨਿਰਭਰ ਹੈ, ਜਿਸ 'ਤੇ ਭਾਰੀ ਮਾਤਰਾ 'ਚ ਵਿਦੇਸ਼ੀ ਕਰੰਸੀ ਦਾ ਖਰਚ ਸਾਡੀ ਅਰਥ ਵਿਵਸਥਾ ਲਈ ਚੰਗਾ ਨਹੀਂ ਹੈ। ਡੰਡੀ MSME ਨੂੰ ਸਮਰਪਿਤ ਇੱਕ ਵੱਖਰੀ PLI ਸਕੀਮ, ਜਿੱਥੇ ਦੇਸ਼ ਦੀ ਦਰਾਮਦ 'ਤੇ ਨਿਰਭਰ ਘੱਟ ਕਰਨ ਦਾ ਵਧੀਆ ਬਦਲ ਹੈ, ਉੱਥੇ ਇਸ ਕਾਰਨ ਨੌਕਰੀਆਂ ਦੇ ਵੀ ਵਧੇਰੇ ਮੌਕੇ ਪੈਦਾ ਹੋਣਗੇ। ਡੰਡੀ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ, ਕੈਬਨਿਟ ਮੰਤਰੀ ਰੈਂਕ 'ਚ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ,